ਹੈਲੋ एवरीवन। सो अपना सब्जैक्ट आ इस वीडियो ਦੇ ਵਿੱਚ ਜਨਰਲ ਫਾਊਂਡੇਸ਼ਨ ਕੋਰਸ +2 ਕਲਾਸ ਦੇ ਅੱਜ ਆਪਾਂ ਸੈਕੰਡ ਚੈਪਟਰ ਕਰਾਂਗੇ ਤੇ ਉਹਦੇ ਵਿੱਚ ਆਪਾਂ ਇਹਦਾ ਫਸਟ ਪਾਰਟ ਕਰਾਂਗੇ। ਸੋ ਜੇ ਕਿਸੇ ਨੇ ਪਹਿਲਾ ਚੈਪਟਰ ਨਹੀਂ ਦੇਖਿਆ ਤਾਂ ਬਿਜ਼ਨਸ ਐਂਡ ਕਮਰਸ ਚੈਨਲ ਜੁਆਇਨ ਕਰੋ ਤੇ ਪਲੇਲਿਸਟ 'ਚੋਂ ਵੀਡੀਓ ਦੇਖ ਸਕਦੇ ਹੋ। ਤੇ ਅੱਜ ਦੇ ਜਿਹੜਾ ਸੈਕੰਡ ਲੈਸਨ ਆ ਉਹਦਾ ਨਾਮ ਆ ਪ੍ਰੋਜੈਕਟ ਰਿਪੋਰਟ। ਸੋ ਇਹ ਫਸਟ ਪਾर्ट आ। टूडेज टॉपिक अज टॉपिक बारे अज असीं करांगे प्रोजैक्ट रिपोर्ट दा मीनिंग, नीड, एलीमेंट ऑफ प्रोजैक्ट रिपोर्ट, रजिस्ट्रेशन ऑफ द फर्म। ये टॉपिक असीं करांगे। सो प्रोजैक्ट रिपोर्ट का अर्थ, प्रोजैक्ट रिपोर्ट की होंदी है। देखो प्रोजैक्ट रिपोर्ट एक इहो जिहा दस्तावेज हुंदा जिहड़ा असीं जो असीं काम करना चाहते हैं उहदे बारे उहदे विच सारी डिटेल लिखी हुंदी आ, सारी जानकारी हुंदी आ प्रस्तावित प्रोजैक्ट बारे। जो असीं प्रोजैक्ट करना वा उहदे बारे सारी जानकारी हुंदी आ। ਇਹਦੇ ਵਿੱਚ ਲੋੜੀਂਦੇ ਨਤੀਜਿਆਂ ਨੂੰ ਪ੍ਰਾਪਤ ਕਰਨ ਦੇ ਲਈ ਜੋ ਵੀ ਕਿਰਿਆਵਾਂ ਕੀਤੀਆਂ ਜਾਣੀਆਂ ਵਾ, ਜੋ ਵੀ ਕੰਮ ਕੀਤੇ ਜਾਣੇ ਆ, ਇਹ ਉਹਨਾਂ ਸਾਰਿਆਂ ਦਾ ਕੱਚਾ ਚਿੱਟਾ ਹੁੰਦਾ ਵਾ। ਇਹਦੇ ਵਿੱਚ ਕਾਰੋਬਾਰ ਦਾ ਪੂਰਾ ਪਲਾਨ ਤੇ ਇਹਦੇ ਉਦੇਸ਼ ਅਤੇ ਇਹਨਾਂ ਉਦੇਸ਼ਾਂ ਨੂੰ ਇਹਦੇ ਵਿੱਚ ਸਪਸ਼ਟ ਰੂਪ ਨਾਲ ਪਰਿਭਾਸ਼ਿਤ ਕੀਤਾ ਹੁੰਦਾ ਵਾ। ਇਹਦੇ ਨਾਲ ਹੀ ਵੀ ਸਾਨੂੰ ਕਿਸੇ ਤਰ੍ਹਾਂ ਦੀ ਫੇਰ ਨਾ ਕਿਸੇ ਤਰ੍ਹਾਂ ਦੀ ਹਫੜਾ ਦਫੜੀ ਨਹੀਂ ਰਹਿੰਦੀ, ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਜਾਂ ਉਲਝਣ ਨਹੀਂ ਹੁੰਦੀ। ਅਸੀਂ ਇਹਨਾਂ ਤੋਂ ਰਹਿਤ ਇੱਕ ਲਾਭਕਾਰੀ ਉਦਮ ਸਥਾਪਿਤ ਕਰਨ ਦੇ ਯੋਗ ਹੋ ਜਾਂਦੇ ਹਾਂ। ਇਹ ਸਾਨੂੰ ਇੱਕ ਲਾਭਕਾਰੀ ਉਦਮ ਸਥਾਪਿਤ ਕਰਨ ਦੇ ਵਿੱਚ ਸਹਾਇਤਾ ਕਰਦੀ ਆ, ਕਿਉਂਕਿ ਇਹਦੇ 'ਚ ਸਾਰਾ ਕੁਝ ਪ੍ਰੀ ਪਲੈਨਡ ਅਸੀਂ ਪਹਿਲਾਂ ਹੀ ਵਿਚਾਰ ਲੈਂਦੇ ਹਾਂ, ਦੇਖ ਲੈਂਦੇ ਹਾਂ। ਇਹ ਪ੍ਰੋਜੈਕਟ ਨੂੰ ਚਲਾਉਣ ਦੀਆਂ ਰਣਨੀਤੀਆਂ ਨੂੰ ਪ੍ਰਭਾਸ਼ਿਤ ਕਰਦੀ ਹੈ। ਸੋ ਓਵਰਆਲ ਪ੍ਰੋਜੈਕਟ ਦੇ ਵਿੱਚ ਰਿਪੋਰਟ ਦੇ ਵਿੱਚ ਪ੍ਰੋਜੈਕਟ ਬਾਰੇ ਕੀ ਕੰਮ ਆ, ਕਾਹਦੇ ਲਈ ਬਣਿਆ, ਕੀ ਕਰਨਾ, ਕਿੱਦਾਂ ਕਰਨਾ, ਸਾਰਾ ਕੁਝ ਦਿੱਤਾ ਹੁੰਦਾ। ਇਸ ਕਰਕੇ ਕੋਈ ਉਲਝਣ ਨਹੀਂ ਰਹਿੰਦੀ। इस तरह ये एक सोच नूं यानी कि जिहड़ी प्रस्तावित प्रोजैक्ट है उन्हें लाभकारी उद्यम दे विच बदलण दे विच सहायता करदी है। सो एक दस्तावेज है जो प्रस्तावित उद्यम नूं लाभकारी उद्यम दे विच बदलण विच सहायता करदी है। प्रोजैक्ट रिपोर्ट की नीड या उद्देश्य, प्रोजैक्ट रिपोर्ट के उद्देश्य की आ। सो उद्देश जो है वो अकॉर्डिंगली उसकी जरूरत स्पष्ट हो जाती है, उद्देशों तो ही यदि जरूरत स्पष्ट हो जाती है। पहला है वा वधिया यानी सर्वोत्तम निवेश प्रस्ताव की चोण। जो असीं प्रोजैक्ट रिपोर्ट बनाने आ, यह निवेश प्रस्ताव कोई भी प्रपोजल हुंदा वा उहदा विश्लेषण किया जाता है। इहदे विच ये विश्लेषण करने का एक ढंग हुंदी आ। ਇਹਦੇ ਨਾਲ ਸਾਨੂੰ ਇੱਕ ਪ੍ਰੋਜੈਕਟ ਨਾਲ ਜੁੜੇ ਹੋਏ ਲਾਭ, ਹਾਨੀ, ਜੋਖਿਮ, ਰਿਸਕ ਸਭ ਬਾਰੇ ਪਤਾ ਲੱਗ ਜਾਂਦਾ ਵਾ। ਇਸ ਤਰ੍ਹਾਂ ਅਸੀਂ ਜਦੋਂ ਕਿੰਨੀਆਂ ਸਾਰਾ ਪ੍ਰੋਜੈਕਟ ਰਿਪੋਰਟਾਂ ਬਣਾ ਲੈਂਦੇ ਹਾਂ ਤਾਂ ਉਹਦੇ ਵਿੱਚ ਵਧੀਆ ਪ੍ਰੋਜੈਕਟ ਰਿਪੋਰਟ ਦਾ ਚੁਣਾਵ ਕਰ ਸਕਦੇ ਹਾਂ। ਪ੍ਰੋਜੈਕਟ ਦੀ ਪ੍ਰਵਾਨਗੀ, ਦੇਖੋ ਜਦੋਂ ਅਸੀਂ ਕੋਈ ਪ੍ਰੋਜੈਕਟ ਲਾਉਣ ਦੀ ਸੋਚਦੇ ਹਾਂ ਉਹਦੇ ਲਈ ਸਾਨੂੰ ਮਨਜ਼ੂਰੀ ਲੈਣੀ ਪੈਂਦੀ ਆ। ਸੋ ਇਹ ਪ੍ਰੋਜੈਕਟ ਰਿਪੋਰਟ ਆ ਜਿਹੜੀ ਸਾਨੂੰ ਮਨਜ਼ੂਰੀ ਲੈਣ ਦੇ ਵਿੱਚ ਵੀ ਸਹਾਇਤਾ ਕਰਦੀ ਹੈ, ਕਿਉਂਕਿ ਕਈ ਡਿਪਾਰਟਮੈਂਟ ਹੈਗੇ ਆ ਜਿਵੇਂ ਜ਼ਿਲ੍ਹਾ ਉਦਯੋਗ ਕੇਂਦਰ, ਉਦਯੋਗਾਂ ਦੇ ਡਾਇਰੈਕਟਰ, ਸਰਕਾਰੀ ਵਿਭਾਗ, ਇਹਨਾਂ ਨੂੰ ਪ੍ਰਵਾਨਗੀ ਦੇਣ ਦੇ ਲਈ ਪ੍ਰੋਜੈਕਟ ਰਿਪੋਰਟ ਦੀ ਲੋੜ ਹੁੰਦੀ ਹੈ। ਯਾਨੀ ਕਿ ਸਾਨੂੰ ਪਹਿਲਾਂ ਇਹਨਾਂ ਨੂੰ ਪ੍ਰੋਜੈਕਟ ਰਿਪੋਰਟ ਦੇਣੀ ਪਊਗੀ, ਫਿਰ ਇਹ ਸਾਨੂੰ ਪ੍ਰਵਾਨਗੀ ਦੇਣਗੇ। ਟਰੈਕਿੰਗ ਤੋਂ ਭਾਵ ਹੁੰਦਾ ਵੀ ਜਦੋਂ ਅਸੀਂ ਕੰਮ ਕਰਦੇ ਹਾਂ, ਜਦੋਂ ਕਿ ਪ੍ਰੋਜੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਾਂ ਉਹਨੂੰ ਐਪਲੀਕੇਬਲ ਕਰਨਾ ਸ਼ੁਰੂ ਕਰ ਦਿੰਦੇ ਹਾਂ, ਤਾਂ ਸਮੇਂ-ਸਮੇਂ 'ਤੇ ਅਸੀਂ ਪ੍ਰੋਜੈਕਟ ਰਿਪੋਰਟ ਦੇ ਆਧਾਰ 'ਤੇ ਚੈੱਕ ਕਰ ਸਕਦੇ ਹਾਂ ਵੀ ਅਸੀਂ ਕਿੱਥੇ ਕੁ ਪਹੁੰਚੇ ਹਾਂ, ਕਿੰਨਾ ਕੁ ਕੰਮ ਕਰ ਲਿਆ ਵਾ, ਅਤੇ ਕੀ ਅਸੀਂ ਆਪਣੀ ਯੋਜਨਾ ਦੇ ਉੱਤੇ ਚੱਲ ਰਹੇ ਹਾਂ ਅਤੇ ਆਪਣੇ ਉਦੇਸ਼ ਵੱਲ ਠੀਕ ਤਰ੍ਹਾਂ ਚੱਲ ਰਹੇ ਹਾਂ ਜਾਂ ਅਸੀਂ ਭਟਕ ਗਏ ਹਾਂ। ठीक है, यानी कि ये सानू भटकन तो रोकता वा किसी भी तरह की प्रोजैक्ट रिपोर्ट जी होंगी है। प्रोजैक्ट की पूरी झलक, चौथा पॉइंट यदा यह प्रोजैक्ट की पूरी झलक, यदा उद्देश्य है प्रोजैक्ट की पूरी झलक दिखाना। प्रोजैक्ट रिपोर्ट के की किया जाता, प्रोजैक्ट बारे सारा कुछ स्पष्ट दसिया होंदा वा, पूरी जानकारी दी होंदी आ। इहदे नाल सारियां गतिविधियां दा बिल्कुल क्लीयर अंडरस्टैंडिंग हो जाती है। इस करके किसी भी तरह की कन्फ्यूजन या फिर कुछ एडवर्स होने का डर रहिंदा ही नहीं हैगा। यानी ये सानू प्रोजैक्ट की पूरी झलक मिल जाती है। नैक्सट है वा जोखिम की पहचान। देखो प्रोजैक्ट के विच असीं एनालिसिस कर लेना वा पूरी डिटेल नाल तसल्ली नाल असीं प्रोजैक्ट नूं स्टडी कर लेना वा। इस करके इहदे विच सानू आउण वाले जोखिम बारे जल्दी पता लग जाता ते समय अनुसार असीं अपनी कार्रवाई कर सकते हैं, उस तो बचन के लिए या उहदे विच जोखिम दे विच सुधार करने के लिए। लागत प्रबंध, जो प्रोजैक्ट रिपोर्ट तैयार किया जाता वा तो हरेक गतिविधि जिहड़ी भी असीं क्रिया करनी होंदी है, एक्टिविटी करनी होंदी है, उहदे संबंधी जिन्ना खर्चा होना वा इहदे बारे पहलां तो ही असीं एक एस्टीमेट तय कर लैंदे आ। तो इस तरह असीं फिर उस खर्चे के दायरे के अंदर ही काम करते हैं। इस तरह कॉस्ट मैनेजमेंट हो जाती है। वित्तीय सहायता,
ਵਿੱਤੀ ਸਹਾਇਤਾ ਲੈਣ ਦੇ ਲਈ ਵੀ ਇੱਕ ਮਹੱਤਵਪੂਰਨ ਸਾਧਨ ਹੈ। ਜਦੋਂ ਅਸੀਂ ਵਿੱਤ ਸੰਸਥਾਵਾਂ ਤੋਂ ਵਿੱਤ ਲੈਣਾ ਵਾ, ਯਾਨੀ ਫਾਈਨਾਂਸ਼ੀਅਲ ਇੰਸਟੀਟਿਊਸ਼ਨ ਤੋਂ ਕੋਈ ਫਾਈਨਾਂਸ ਲੈਣਾ ਵਾ, ਤਾਂ ਅਸੀਂ ਪ੍ਰੋਜੈਕਟ ਰਿਪੋਰਟ ਤਾਂ ਉਹਨਾਂ ਨੂੰ ਦਿੰਦੇ ਹਾਂ। ਪ੍ਰੋਜੈਕਟ ਰਿਪੋਰਟ ਉਹ ਦੀ ਸਹਾਇਤਾ ਨਾਲ ਉਹ ਦੇਖਦੇ ਆ ਵੀ ਸਾਡਾ ਪ੍ਰੋਜੈਕਟ ਕਿੰਨਾ ਕੁ ਮੁਨਾਫਾ ਕਮਾ ਸਕਦਾ ਵਾ, ਅਤੇ ਉਹ ਫੰਡ ਦੇਣ ਦੇ ਲਈ ਫਿਰ ਇਹ ਪ੍ਰੋਜੈਕਟ ਰਿਪੋਰਟ ਉਹਨਾਂ ਨੂੰ ਸੇਧ ਦਿੰਦੀ ਹੈ ਵੀ ਫੰਡ ਦੇਣ ਜਾਂ ਨਾ ਦੇਣ, ਯਾਨੀ ਕਿ ਸਾਨੂੰ ਫੰਡ ਲੈਣ ਦੇ ਵਿੱਚ ਇਹ ਰਿਪੋਰਟ ਹੈਲਪ ਕਰਦੀ ਹੈ। ਵਪਾਰ ਦੀ ਪਰਖ ਆ ਗਿਆ ਨੈਕਸਟ ਪੁਆਇੰਟ 8ਵਾਂ। ਇਹਦੇ ਵਿੱਚ ਪ੍ਰਸਤਾਵਿਤ ਪ੍ਰੋਜੈਕਟ ਆ ਉਹਦਾ ਮੁਨਾਫਾ, ਕੀ ਪ੍ਰੋਜੈਕਟ ਵਧੀਆ ਜਾਂ ਨਹੀਂ ਹੈਗਾ, ਸੋ ਇਹਦੇ ਬਾਰੇ ਸਾਰਾ ਕੁਝ ਸਾਨੂੰ ਪ੍ਰੋਜੈਕਟ ਰਿਪੋਰਟ ਤੋਂ ਪਤਾ ਲੱਗ ਜਾਂਦਾ ਵਾ ਕਿ ਵੀ ਅਨੁਮਾਨਿਤ ਲਾਗਤ ਕਿੰਨੀ ਆ, ਸੰਭਾਵਿਤ ਆਮਦਨ ਕਿੰਨੀ ਹੋ ਸਕਦੀ ਆ, ਅਤੇ ਕਿੰਨਾ ਕੁ ਇਹ 'ਚ ਜੋਖਿਮ ਆ। ਇਸ ਤਰ੍ਹਾਂ ਸਾਨੂੰ ਪਰਖ ਹੋ ਜਾਂਦੀ ਆ ਵੀ ਆਹ ਕੰਮ ਕਰਨਾ ਚਾਹੀਦਾ ਜਾਂ ਆਹ ਵਪਾਰ ਕਰਨਾ ਚਾਹੀਦਾ ਕਿ ਨਹੀਂ। ਨੈਕਸਟ ਹੈਗਾ ਵਾ ਆਪਣੇ ਕੋਲੇ ਐਲੀਮੈਂਟਸ ਆਫ ਪ੍ਰੋਜੈਕਟ ਰਿਪੋਰਟ। ਨੈਕਸਟ ਟੋਪਿਕ ਆ ਗਿਆ ਇੱਕ ਪ੍ਰੋਜੈਕਟ ਰਿਪੋਰਟ ਦੇ ਤੱਤ। ਪ੍ਰੋਜੈਕਟ ਰਿਪੋਰਟ ਦੇ ਵਿੱਚ ਕੀ ਸ਼ਾਮਿਲ ਹੋਣਾ ਚਾਹੀਦਾ ਵਾ। ਪ੍ਰੋਜੈਕਟ ਰਿਪੋਰਟ 'ਚ ਜੋ ਮੇਨ ਸ਼ਾਮਿਲ ਹੋਣਾ ਚਾਹੀਦਾ ਉਹਨਾਂ ਵਿੱਚ ਸਭ ਤੋਂ ਪਹਿਲਾਂ ਆਮ ਜਾਣਕਾਰੀ ਦਾ ਮਤਲਬ ਹੁੰਦਾ ਵਾ ਜਨਰਲ ਇਨਫੋਰਮੇਸ਼ਨ ਅਬਾਊਟ ਪ੍ਰੋਜੈਕਟ। ਇਹਦੇ ਵਿੱਚ ਜੋ ਤੁਸੀਂ ਸੰਭਾਵਿਤ ਉਦਯੋਗ ਹੈਗਾ ਤੁਹਾਡਾ, ਜੋ ਤੁਸੀਂ ਉਦਯੋਗ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਆ, ਵੀ ਜੋ ਵੀ ਪ੍ਰੋਜੈਕਟ ਨਾਲ ਰਿਲੇਟਡ ਹੋ ਵੀ ਕਿੱਥੇ ਤੁਸੀਂ ਉਦਯੋਗ ਕਿੱਥੇ ਲਾਉਣਾ ਚਾਹੁੰਦੇ ਹੋ, ਇਹ ਤੋਂ ਪਹਿਲਾਂ ਕਿਹੜਾ ਉਦਯੋਗ ਕੀਤਾ ਵਾ, ਮੌਜੂਦਾ ਸਥਿਤੀ ਕੀ ਆ, ਸਮੱਸਿਆਵਾਂ ਕੀ ਆ, ਉਦਯੋਗ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਦੱਸਣਾ ਚਾਹੀਦਾ ਵਾ। ਜੇ ਨਿਰਮਾਣ ਇਕਾਈ ਆ ਤਾਂ ਤੁਸੀਂ ਇਹੀ ਚੀਜ਼ ਕਿਉਂ ਪੈਦਾ ਕਰਨ ਲੱਗੇ ਹੋ, ਕਾਰੋਬਾਰ ਤੁਸੀਂ ਕਿਉਂ ਸ਼ੁਰੂ ਕਰਨਾ ਇਹਦੇ ਬਾਰੇ ਸਪਸ਼ਟ ਦੱਸ ਦੇਣਾ ਚਾਹੀਦਾ। ਇਹ ਆਮ ਜਾਣਕਾਰੀ 'ਚ ਸ਼ਾਮਿਲ ਹੋ ਜਾਂਦਾ ਵਾ। ਉਸ ਤੋਂ ਬਾਅਦ ਕਾਰਜਕਾਰੀ ਸਾਰ ਦਾ ਭਾਵ ਇਹ ਆ ਵੀ ਇੱਕ ਪ੍ਰੋਜੈਕਟ ਰਿਪੋਰਟ ਵਿੱਚ ਕਾਰੋਬਾਰ ਦੇ ਉਦੇਸ਼ ਅਤੇ ਉਹਨਾਂ ਤਰੀਕਿਆਂ ਦਾ ਸਾਰਿਆਂ ਦਾ ਵਰਣਨ ਕੀਤਾ ਜਾਣਾ ਚਾਹੀਦਾ ਵਾ ਜਿਨ੍ਹਾਂ ਰਾਹੀਂ ਤੁਸੀਂ ਕਾਰੋਬਾਰ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ। ਕਾਰੋਬਾਰ ਦੀ ਪੂੰਜੀ, ਸੰਚਾਲਨ, ਕਾਰਜਸ਼ੀਲਤਾ ਦੇ ਢੰਗ, ਕਾਰੋਬਾਰ ਨੂੰ ਲਾਗੂ ਕਰਨ ਦੇ ਸੰਬੰਧ ਵਿੱਚ ਕਾਰੋਬਾਰ ਦੀ ਸਮੁੱਚੀ ਤਸਵੀਰ ਇਸ ਰਿਪੋਰਟ ਦੇ ਵਿੱਚ ਸ਼ੋਅ ਹੋਣੀ ਚਾਹੀਦੀ ਆ। ਇਹਦੇ ਵਿੱਚ ਜੋ ਥ੍ਰੈਟਸ ਆ, ਜੋ ਜੋਖਿਮ ਆ, ਉਹਨਾਂ ਬਾਰੇ ਵੀ ਦੱਸਣਾ ਚਾਹੀਦਾ ਵਾ। ਸੰਗਠਨ ਦਾ ਸਾਰ ਇਹਦੇ ਵਿੱਚ ਇਹ ਆ। ਤੀਸਰਾ ਵੀ ਪ੍ਰੋਜੈਕਟ ਰਿਪੋਰਟ ਦੇ ਵਿੱਚ ਔਰਗੇਨਾਈਜੇਸ਼ਨ ਬਾਰੇ ਦੱਸਣਾ ਚਾਹੀਦਾ ਵਾ ਵੀ ਤੁਹਾਡੀ ਸਟਰਕਚਰ ਆਫ ਔਰਗੇਨਾਈਜੇਸ਼ਨ ਕੀ ਹੋਊਗਾ। ਕਿ ਇਹ ਇੱਥੇ ਦੱਸਣਾ ਪਊਗਾ ਵੀ ਤੁਸੀਂ ਇਕੱਲੇ ਉਦਯੋਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਪਾਰਟਨਰਸ਼ਿਪ 'ਚ ਕਰਨਾ ਚਾਹੁੰਦੇ ਹੋ ਜਾਂ ਇੱਕ ਕੰਪਨੀ ਬਣਾਉਣਾ ਚਾਹੁੰਦੇ ਹੋ, ਅਤੇ ਤੁਹਾਨੂੰ ਇਹਦੇ ਵਿੱਚ ਆਪਣੇ ਕੰਪਨੀ ਦੇ ਆਪਣੇ ਜਾਂ ਫਰਮ ਦੇ ਜਾਂ ਆਪਣੀ ਕੰਪਨੀ ਦੇ ਪ੍ਰਮੋਟਰਾਂ ਦਾ ਨਾਂ, ਪਤਾ, ਉਮਰ, ਯੋਗਤਾ, ਤਜਰਬਾ ਸਭ ਦੀ ਜਾਣਕਾਰੀ ਦੇਣੀ ਚਾਹੀਦੀ ਆ। ਇਹਦੇ ਵਿੱਚ ਜਾਣਕਾਰੀ ਸ਼ਾਮਿਲ ਹੁੰਦੀ ਆ ਪ੍ਰੋਜੈਕਟ ਰਿਪੋਰਟ ਦੇ ਵਿੱਚ। ਨੈਕਸਟ ਹੈਗਾ ਪ੍ਰੋਜੈਕਟ ਦਾ ਵੇਰਵਾ। ਪ੍ਰੋਜੈਕਟ ਰਿਪੋਰਟ ਆ ਜਿਹੜੀ ਇਹ ਪ੍ਰੋਜੈਕਟ ਦਾ ਸਾਰਾ ਪ੍ਰੋਜੈਕਟ ਨੂੰ ਸੰਖੇਪ ਦੇ ਵਿੱਚ ਦੱਸਦੀ ਆ। ਪ੍ਰੋਜੈਕਟ ਦਾ ਇੱਕ ਸੰਖੇਪ ਵੇਰਵਾ ਇਹਦੇ ਵਿੱਚ ਜ਼ਰੂਰ ਦਿੱਤਾ ਜਾਣਾ ਚਾਹੀਦਾ ਵਾ। ਇਹਦੇ ਵਿੱਚ ਵੇਰਵਾ ਦਿੰਦੇ ਹੋਏ ਸਾਨੂੰ ਪ੍ਰੋਜੈਕਟ ਦੀ ਸਥਿਤੀ, ਯਾਨੀ ਸਾਈਟ ਦੀ ਸਥਿਤੀ, ਕਿੱਥੇ ਤੁਸੀਂ ਲਾਉਣਾ ਵਾ, ਕੱਚੇ ਮਾਲ ਦੀ ਜ਼ਰੂਰਤ, ਉਤਪਾਦਨ ਦਾ ਟੀਚਾ, ਵਰਕਸ਼ਾਪ ਲਈ ਲੋੜੀਂਦਾ ਖੇਤਰ, ਬਿਜਲੀ ਕਿੱਥੇ ਕਿੰਨੀ ਚਾਹੀਦੀ ਆ, ਬਾਲਣ ਕਿੰਨਾ ਚਾਹੀਦਾ ਵਾ, ਪਾਣੀ ਦੀਆਂ ਜ਼ਰੂਰਤਾਂ, ਤੁਹਾਨੂੰ ਕਿਰਤੀ ਕਿਹੋ ਜਿਹੇ ਚਾਹੀਦੇ ਆ, ਕੁਸ਼ਲ ਚਾਹੀਦੇ ਆ, ਅਕੁਸ਼ਲ ਚਾਹੀਦੇ ਆ, ਪੜ੍ਹੇ ਲਿਖੇ ਚਾਹੀਦੇ ਆ, ਅਨਪੜ੍ਹ ਚਾਹੀਦੇ ਆ, ਇੰਟੈਲੀਜੈਂਟ ਚਾਹੀਦੇ ਆ, ਟੈਕਨੋਲੋਜੀ ਕਿਹੜੀ ਵਰਤਣੀ ਆ ਤੁਸੀਂ, ਉਤਪਾਦਨ ਪ੍ਰਕਿਰਿਆ ਕੀ ਹੋਊਗੀ, ਕਿੰਨਾ ਤੁਸੀਂ ਉਤਪਾਦਨ ਕਰੋਗੇ, ਇੱਕ ਇਕਾਈ ਦੀ ਕਿੰਨੀ ਕੀਮਤ ਹੋਊਗੀ। ਜੇ ਤੁਸੀਂ ਸੇਵਾ ਨਾਲ ਤੁਹਾਡਾ ਪ੍ਰੋਜੈਕਟ ਸੰਬੰਧਿਤ ਆ ਤਾਂ ਤੁਸੀਂ ਗਾਹਕਾਂ ਨੂੰ ਕਿਹੜੀਆਂ ਸੇਵਾਵਾਂ ਦਿਓਗੇ ਅਤੇ ਕਿਸ ਤਰ੍ਹਾਂ ਤੁਸੀਂ ਇਹ ਸੇਵਾਵਾਂ ਦਿਓਗੇ, ਇਹਦੇ ਬਾਰੇ ਵਿਸਤਾਰ ਵਿੱਚ ਦੱਸਿਆ ਹੋਣਾ ਚਾਹੀਦਾ ਵਾ ਪ੍ਰੋਜੈਕਟ ਰਿਪੋਰਟ ਦੇ ਵਿੱਚ। ਦੈਨ ਮਾਰਕੀਟਿੰਗ ਯੋਜਨਾ। ਨੈਕਸਟ ਜਿਹੜਾ 5ਵਾਂ ਪੁਆਇੰਟ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਮਾਰਕੀਟਿੰਗ ਬਾਰੇ ਵੀ। ਤੁਸੀਂ ਜੋ ਪ੍ਰੋਜੈਕਟ ਲਾਉਣ ਲੱਗੇ ਹੋ ਉਹਦੇ ਵਿੱਚ ਜਿਹੜਾ ਉਤਪਾਦ ਪੈਦਾ ਹੋਊਗਾ ਉਹਦੀ ਸੰਭਾਵਿਤ ਮੰਗ ਕਿੰਨੀ ਕੁ ਹੋ ਸਕਦੀ ਆ, ਅਤੇ ਇਹ ਵੀ ਦੇਖਣਾ ਚਾਹੀਦਾ ਤੁਸੀਂ ਕਿੰਨੀ ਕੀਮਤ 'ਤੇ ਪ੍ਰੋਡਕਟ ਬਣਾ ਸਕਦੇ ਹੋ, ਉਹਨੂੰ ਬਾਜ਼ਾਰ ਦੇ ਵਿੱਚ ਵੇਚ ਸਕਦੇ ਹੋ, ਅਤੇ ਕਿਵੇਂ ਤੁਸੀਂ ਮਾਰਕੀਟ ਦੇ ਵਿੱਚ ਆਪਣੀ ਜਗ੍ਹਾ ਬਣਾਓਗੇ, ਮਤਲਬ ਮਾਰਕੀਟ ਦੇ ਵਿੱਚ ਆਪਣੀ ਸੇਲ ਕਿਵੇਂ ਵਧਾਓਗੇ, ਆਪਣਾ ਹਿੱਸਾ ਕਿਵੇਂ ਲਓਗੇ ਬਾਜ਼ਾਰ ਦੇ ਵਿੱਚੋਂ, ਵਿਕਰੀ ਤੋਂ ਬਾਅਦ ਤੁਸੀਂ ਕਿਹੜੀ ਸੇਵਾ ਦਿਓਗੇ, ਅਤੇ ਕਿਵੇਂ ਤੁਸੀਂ ਪ੍ਰੋਡਕਟ ਆਪਣਾ ਅਲੱਗ-ਅਲੱਗ ਜਗ੍ਹਾ 'ਤੇ ਬਣਾਓਗੇ, ਅਲੱਗ-ਅਲੱਗ ਜਗ੍ਹਾ ਦੇ ਉੱਤੇ ਪਹੁੰਚਾਓਗੇ, ਯਾਨੀ ਉਹਦਾ ਵਿਤਰਨ ਕਰੋਗੇ। ਇਹ ਸਭ ਦੱਸਿਆ ਹੋਣਾ ਚਾਹੀਦਾ ਵਾ। ਇਹਦੇ ਵਿੱਚ ਮੁੱਖ ਤੌਰ 'ਤੇ ਗਾਹਕਾਂ ਦੀ ਕਿਸਮ, ਟਾਰਗੇਟ ਮਾਰਕੀਟ, ਕਿਹਨਾਂ ਨੂੰ ਤੁਸੀਂ ਵੇਚਣਾ, ਬਾਜ਼ਾਰ ਦੀ ਪ੍ਰਕਿਰਤੀ, ਮਾਰਕੀਟ ਵਿਭਾਜਨ, ਬਾਜ਼ਾਰ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ, ਵਿਕਰੀ ਦੇ ਉਦੇਸ਼, ਪ੍ਰੋਜੈਕਟ ਦੀ ਮਾਰਕੀਟਿੰਗ ਲਾਗਤ, ਪ੍ਰਸਤਾਵਿਤ ਉਦਮ ਦਾ ਬਾਜ਼ਾਰ ਹਿੱਸੇਦਾਰੀ, ਸਥਾਨਕ, ਰਾਸ਼ਟਰੀ ਅਤੇ ਗਲੋਬਲ ਮਾਰਕੀਟ ਵਿੱਚ ਉਤਪਾਦ ਦੀ ਮੰਗ, ਇਹਨਾਂ ਸਾਰੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਆ। ਉਤਪਾਦਾਂ ਦੀ ਵੰਡ ਲਈ ਵਰਤੇ ਜਾਣ ਵਾਲੇ ਡਿਸਟਰੀਬਿਊਟਰ ਚੈਨਲਾਂ ਅਤੇ ਸੰਭਾਵਿਤ ਉਪਭੋਗਤਾਵਾਂ ਨੂੰ ਵੀ ਇਹਦੇ ਵਿੱਚ ਦੱਸਣਾ ਚਾਹੀਦਾ ਪ੍ਰੋਜੈਕਟ ਰਿਪੋਰਟ ਦੇ ਵਿੱਚ। ਨੈਕਸਟ ਹੈਗਾ ਵਾ ਪ੍ਰੋਜੈਕਟ ਰਿਪੋਰਟ ਦੇ ਵਿੱਚ ਪੂੰਜੀਗਤ ਢਾਂਚਾ ਅਤੇ ਸੰਚਾਲਨ ਦੀ ਲਾਗਤ। ਇਹਦੇ ਵਿੱਚ ਕੈਪੀਟਲ ਸਟਰਕਚਰ ਦੱਸਣਾ ਚਾਹੀਦਾ ਵਾ।
ਕੈਪੀਟਲ ਸਟਰਕਚਰ ਦਾ ਮਤਲਬ ਹੁੰਦਾ ਵੀ ਤੁਹਾਨੂੰ ਕਿੰਨੀ ਪੂੰਜੀ ਚਾਹੀਦੀ ਆ, ਤੇ ਉਹ ਪੂੰਜੀ ਤੁਸੀਂ ਕਿਹੜੇ ਸਾਧਨਾਂ ਤੋਂ ਇਕੱਠੀ ਕਰੋਗੇ। ਯਾਨੀ ਕਿ ਇਹਦੇ ਵਿੱਚ ਸਾਰੇ ਸਰੋਤ ਦੇਣੇ ਚਾਹੀਦੇ ਆ, ਵਿੱਤ ਦੇ ਸਾਰੇ ਸਰੋਤਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ। ਕਿੰਨੇ ਮਾਲਕ ਦੇ ਫੰਡ ਹੋਣਗੇ, ਕਿੰਨੇ ਬਾਹਰੋਂ ਫੰਡ ਲਏ ਜਾਣਗੇ, ਇਹਦਾ ਅਨੁਪਾਤ ਵੀ ਦੱਸਿਆ ਜਾਣਾ ਚਾਹੀਦਾ। ਵੱਧ ਤੋਂ ਵੱਧ ਕਿੰਨੇ ਬਾਹਰਲੇ ਫੰਡ ਲਿੱਤੇ ਜਾ ਸਕਦੇ ਆ, ਜਾਂ ਮਾਲਕ ਦੇ ਕਿੰਨੇ ਜਾ ਸਕਦੇ ਆ। ਕਾਰਜਸ਼ੀਲ ਪੂੰਜੀ ਕਿੰਨੀ ਚਾਹੀਦੀ ਆ, ਤੇ ਕਿੱਥੋਂ ਤੁਸੀਂ ਆਪਣਾ ਰਾ ਮਟੀਰੀਅਲ ਵਗੈਰਾ ਖਰੀਦੋਗੇ, ਇਹ ਵੀ ਦੱਸਿਆ ਜਾਣਾ ਚਾਹੀਦਾ ਵਾ। ਪ੍ਰਬੰਧਨ ਯੋਜਨਾ ਰਿਪੋਰਟ ਦੇ ਵਿੱਚ, ਪ੍ਰੋਜੈਕਟ ਰਿਪੋਰਟ ਦੇ ਵਿੱਚ ਪ੍ਰਬੰਧਨ ਯੋਜਨਾ ਦੇ ਸੰਬੰਧ ਵਿੱਚ ਦੱਸਿਆ ਜਾਣਾ ਚਾਹੀਦਾ ਵਾ ਕਿ ਵਪਾਰ ਦੇ ਜਿਹੜੇ ਪ੍ਰਮੋਟਰ ਆ ਉਹਨਾਂ ਕੋਲ ਕੋਈ ਐਕਸਪੀਰੀਅੰਸ ਤਜਰਬਾ ਹੈਗਾ ਕਿ ਨਹੀਂ। ਮੈਨੇਜਮੈਂਟ ਟੀਮ ਦੱਸਣੀ ਚਾਹੀਦੀ ਆ, ਉਹਦੇ ਬਾਰੇ ਡਿਟੇਲ ਦੇਣੀ ਚਾਹੀਦੀ ਆ। ਟੀਮ ਦੇ ਮੈਂਬਰਾਂ ਦੀਆਂ ਕੀ ਡਿਊਟੀਆਂ ਹੋਣਗੀਆਂ, ਕੀ ਜ਼ਿੰਮੇਵਾਰੀਆਂ ਹੋਣਗੀਆਂ, ਤੇ ਸੰਸਥਾ ਦੇ ਮੌਜੂਦਾ ਕਰਮਚਾਰੀ ਦੀ ਕੀ ਲੋੜ ਆ, ਯਾਨੀ ਕਿ ਕੀ ਉਹਨਾਂ ਨੂੰ ਚਾਹੀਦਾ ਵਾ। ਕਾਰੋਬਾਰ ਦੇ ਪ੍ਰਬੰਧ ਦੇ ਢੰਗ ਕਿਵੇਂ ਤੁਸੀਂ ਕਾਰੋਬਾਰ ਨੂੰ ਪ੍ਰਬੰਧ ਕਰੋਗੇ। ਕਰਮਚਾਰੀਆਂ ਨੂੰ ਨੌਕਰੀ ਤੇ ਸਿਖਲਾਈ ਦੇਣ ਦੀ ਯੋਜਨਾ, ਟ੍ਰੇਨਿੰਗ ਬਾਰੇ ਜੋ ਵੀ ਤੁਹਾਡਾ ਪਲਾਨ ਆ, ਪ੍ਰੋਗਰਾਮ ਅਤੇ ਪ੍ਰਬੰਧਨ ਦੀਆਂ ਨੀਤੀਆਂ, ਇਹਨਾਂ ਬਾਰੇ ਤੁਸੀਂ ਪ੍ਰਬੰਧਨ ਯੋਜਨਾ ਹੈਡਿੰਗ ਦੇ ਅਗੇਨ ਜਾਣਕਾਰੀ ਦਿਓਗੇ। ਨੈਕਸਟ ਆ ਜਾਂਦਾ ਵਿੱਤੀ ਪਹਿਲੂ। ਵਿੱਤੀ ਪਹਿਲੂ ਦੇ ਵਿੱਚ ਤੁਸੀਂ ਕੀ ਕਰੋਗੇ, ਇੱਕ ਆਪਣੇ ਜਿਹੜਾ ਸੰਭਾਵਿਤ ਪ੍ਰੋਜੈਕਟ ਆ ਤੁਸੀਂ ਉਹਦੀ ਅਨੁਮਾਨਿਤ ਮੁਨਾਫਾ ਅਤੇ ਘਾਟੇ ਵਾਲਾ ਖਾਤਾ, ਯਾਨੀ ਕਿ ਇੱਕ ਪ੍ਰੋਫਿਟ ਐਂਡ ਲੋਸ ਅਤੇ ਬੈਲੈਂਸ ਸ਼ੀਟ ਤਿਆਰ ਕਰੋਗੇ। ਇੱਕ ਪ੍ਰੋਜੈਕਟ ਰਿਪੋਰਟ ਦੇ ਵਿੱਚ ਇੱਕ ਪ੍ਰੋਜੈਕਟਡ ਪ੍ਰੋਫਿਟ ਐਂਡ ਲੋਸ ਅਤੇ ਬੈਲੈਂਸ ਸ਼ੀਟ ਤਿਆਰ ਕੀਤੀ ਜਾਣੀ ਚਾਹੀਦੀ ਆ, ਯਾਨੀ ਕਿ ਕੀਤੀ ਜਾਣੀ ਚਾਹੀਦੀ ਆ। ਅਤੇ ਇਹਦੇ ਵਿੱਚ ਵੀ ਕਿੰਨੀ ਕੁ ਸੇਲ ਹੋ ਸਕਦੀ ਆ, ਕਿੰਨੇ ਕੁ ਤੁਹਾਡੇ ਉਤਪਾਦਨ ਦਾ ਖਰਚਾ ਹੋ ਸਕਦਾ ਵਾ, ਕੁੱਲ ਲਾਭ ਤੁਹਾਨੂੰ ਕਿੰਨਾ ਹੋ ਸਕਦਾ, ਸੰਭਾਵਿਤ ਮੁਨਾਫਾ ਕਿੰਨਾ ਹੋ ਸਕਦਾ, ਇਹ ਸਾਰਾ ਦਿਖਾਇਆ ਜਾਊਗਾ। ਇਹ ਤੋਂ ਇਲਾਵਾ ਇੱਕ ਐਸਟੀਮੇਟਡ ਬੈਲੈਂਸ ਸ਼ੀਟ ਅਤੇ ਐਸਟੀਮੇਟਡ ਕੈਸ਼ ਫਲੋ, ਨਗਦ ਪ੍ਰਵਾਹ ਵਿਗਿਆਨ ਅਤੇ ਫੰਡਾਂ ਦੇ ਪ੍ਰਵਾਹ ਮਤਲਬ ਫੰਡ ਫਲੋ ਸਟੇਟਮੈਂਟ ਹਰ ਸਾਲ ਘੱਟੋ ਘੱਟ 3 ਤੋਂ 5 ਸਾਲ ਦੀ ਅਵਧੀ ਲਈ ਤਿਆਰ ਕੀਤੀ ਜਾਣੀ ਚਾਹੀਦੀ ਆ। ਹਰ ਸਾਲ ਇਹੋ ਜਿਹੀ ਅਨੁਮਾਨਿਤ ਇਹ ਤਿਆਰ ਕੀਤੀ ਜਾਣੀ ਚਾਹੀਦੀ ਆ, ਤਿੰਨੇ ਸਟੇਟਮੈਂਟਾਂ। ਅਤੇ ਆਮਦਨੀ ਦੇ ਬਿਆਨ ਅਤੇ ਨਗਦ ਪ੍ਰਵਾਹ ਦੇ, ਯਾਨੀ ਕਿ ਜਿਹੜੀ ਤੁਹਾਡੀ ਇਨਕਮ ਸਟੇਟਮੈਂਟ ਆ ਅਤੇ ਕੈਸ਼ ਫਲੋ ਸਟੇਟਮੈਂਟ ਆ, ਇਹਨਾਂ ਦੇ 3 ਸਾਲਾਂ ਦਾ ਸੰਖੇਪ, ਪਹਿਲੇ ਸਾਲ ਦਾ ਮੰਥਲੀ ਅਤੇ ਦੂਜੇ ਅਤੇ ਤੀਜੇ ਸਾਲ ਲਈ ਤਿਮਾਹੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ। ਯਾਨੀ ਵਿੱਤੀ ਪਹਿਲੂ ਦੇ ਵਿੱਚ ਮੇਨ ਸਾਨੂੰ ਇੱਕ ਪ੍ਰੋਜੈਕਟਡ ਪ੍ਰੋਫਿਟ ਐਂਡ ਲੋਸ ਅਤੇ ਬੈਲੈਂਸ ਸ਼ੀਟ ਤਿਆਰ ਕਰਨੀ ਚਾਹੀਦੀ। ਉਸ ਤੋਂ ਬਾਅਦ ਕੈਸ਼ ਫਲੋ, ਫੰਡ ਫਲੋ, ਐਸਟੀਮੇਟਡ ਬੈਲੈਂਸ ਸ਼ੀਟ, ਅਤੇ ਉਸ ਤੋਂ ਬਾਅਦ 3 ਤੋਂ 5 ਸਾਲਾਂ ਦੀਆਂ ਰਿਪੋਰਟਾਂ ਨਾਲ ਲੈਣੀਆਂ ਚਾਹੀਦੀਆਂ। ਸੋ ਇਸ ਤੋਂ ਬਾਅਦ ਆ ਜਾਂਦਾ ਤਕਨੀਕੀ ਪਹਿਲੂ। ਤਕਨੀਕੀ ਪਹਿਲੂ ਦੇ ਵਿੱਚ ਟੈਕਨੀਕਲ ਆਸਪੈਕਟ ਦੇ ਵਿੱਚ ਅਸੀਂ ਦੱਸਾਂਗੇ ਕਿਹੜੀ ਟੈਕਨੀਕ ਤੁਸੀਂ ਪ੍ਰੋਜੈਕਟ ਦੇ ਵਿੱਚ ਯੂਜ਼ ਕਰਨੀ ਆ, ਕਿਹੜੀ ਟੈਕਨੋਲੋਜੀ ਯੂਜ਼ ਕਰਨੀ ਆ, ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਚਾਹੀਦੀ ਆ। ਜਿਹੜੀ ਵੀ ਟੈਕਨੋਲੋਜੀ ਉਤਪਾਦਨ ਪ੍ਰਕਿਰਿਆ, ਮਸ਼ੀਨਰੀ ਜਾਂ ਮਸ਼ੀਨਰੀ ਦੀ ਸਮਰੱਥਾ, ਪ੍ਰਦੂਸ਼ਣ ਕੰਟਰੋਲ, ਉਤਪਾਦ ਜੋ ਵੀ ਤੁਹਾਡੇ ਹੈਗੇ ਇਹਨਾਂ ਬਾਰੇ ਵੀ ਜਾਣਕਾਰੀ ਸ਼ਾਮਿਲ ਹੋਣੀ ਚਾਹੀਦੀ ਆ। ਮਤਲਬ ਤੁਸੀਂ ਕਿਹੜੀ ਟੈਕਨੀਕ ਯੂਜ਼ ਕਰੋਗੇ, ਕਿਹੜੀ ਮਸ਼ੀਨ ਯੂਜ਼ ਕਰੋਗੇ, ਉਹ ਮਸ਼ੀਨ ਕਿੰਨਾ ਪੈਦਾ ਕਰੂਗੀ, ਉਹਦੇ ਨਾਲ ਕਿੰਨਾ ਪੋਲਿਊਸ਼ਨ ਹੋਊਗਾ, ਅਤੇ ਪੋਲਿਊਸ਼ਨ ਨੂੰ ਕੰਟਰੋਲ ਕਰਨ ਲਈ ਤੁਸੀਂ ਕਿਹੜੀ ਟੈਕਨੀਕ ਯੂਜ਼ ਕਰ ਰਹੇ ਹੋ। ਪ੍ਰੋਜੈਕਟ ਲਾਗੂ ਕਰਨਾ, ਦੇਖੋ ਉਸ ਤੋਂ ਬਾਅਦ ਇਹ ਪ੍ਰੋਜੈਕਟ ਰਿਪੋਰਟ ਦੇ ਵਿੱਚ ਇਹ ਸ਼ਾਮਿਲ ਕੀਤਾ ਹੋਣਾ ਚਾਹੀਦਾ ਵਾ ਵੀ ਤੁਹਾਡਾ ਜਿਹੜਾ ਪ੍ਰੋਜੈਕਟ ਆ ਇਹ ਕਿੰਨੇ ਸਮੇਂ ਦੇ ਵਿੱਚ ਲਾਗੂ ਹੋ ਜਾਊਗਾ। ਇਹ ਦੱਸਣਾ ਜ਼ਰੂਰੀ ਆ ਵੀ ਕਿੰਨੇ ਸਮੇਂ ਦੇ ਵਿੱਚ ਤੁਸੀਂ ਐਂਟਰਪ੍ਰਾਈਜ਼ ਸਥਾਪਿਤ ਕਰ ਲਵੋਗੇ। ਇਹ ਰਿਪੋਰਟ ਲਾਗੂ ਕਰਨ ਦੀਆਂ ਯੋਜਨਾਵਾਂ ਪ੍ਰੋਜੈਕਟ ਦੀ ਤਿਆਰੀ ਅਤੇ ਮੁਕੰਮਲ ਹੋਣ ਲਈ ਸਮਾਂ ਸਾਰਣੀ ਨੂੰ ਦਰਸਾਉਂਦੀ ਆ। ਯਾਨੀ ਕਿ ਜਿਹੜੀ ਸਮਾਂ ਸਾਰਣੀ ਆ ਪ੍ਰੋਜੈਕਟ ਲਾਗੂ ਕਰਨਾ ਵਾ, ਇਹ 'ਚ ਦੱਸਿਆ ਜਾਂਦਾ ਵਾ ਵੀ ਤੁਸੀਂ ਕਿੰਨੇ ਦੇਰ ਦੇ ਵਿੱਚ ਆਪਣੀ ਐਂਟਰਪ੍ਰਾਈਜ਼ ਇਸਟੈਬਲਿਸ਼ ਕਰ ਲਓਗੇ। ਆਪਣੀਆਂ ਜਿਹੜੀਆਂ ਯੋਜਨਾਵਾਂ ਜਾਂ ਪ੍ਰੋਜੈਕਟ ਦੀ ਤਿਆਰੀ ਆ ਇਹਦੇ ਲਈ ਇੱਕ ਸਮਾਂ ਸਾਰਣੀ ਬਣਾਈ ਜਾਂਦੀ ਹੈ। ਇਹਦੇ ਵਿੱਚ ਸਮਾਜਿਕ ਜ਼ਿੰਮੇਵਾਰੀਆਂ ਨੈਕਸਟ ਜਿਹੜਾ ਲਾਸਟ ਐਲੀਮੈਂਟ ਹੈਗਾ ਵਾ ਇੱਕ ਪ੍ਰੋਜੈਕਟ ਰਿਪੋਰਟ ਦੇ ਵਿੱਚ ਹੁੰਦਾ ਵਾ, ਕਿਉਂਕਿ ਸੁਸਾਇਟੀ ਤੋਂ ਇੱਕ ਪ੍ਰੋਜੈਕਟ ਜਾਂ ਵਪਾਰ ਜਾਂ ਉੱਦਮ ਨੇ ਸੁਸਾਇਟੀ ਤੋਂ ਸਾਧਨ ਪ੍ਰਾਪਤ ਕਰਨੇ ਆ, ਅਤੇ ਇਹਦੇ ਬਦਲੇ ਦੇ ਵਿੱਚ ਇਹਨੇ ਰੁਜ਼ਗਾਰ, ਆਮਦਨੀ, ਨਿਰਯਾਤ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਵਾ ਉੱਥੇ ਦਾ। ਯਾਨੀ ਕਿ ਸਾਧਨ ਉੱਥੇ ਲਊਗੀ, ਉੱਥੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦੇਊਗੀ, ਆਮਦਨੀ ਦੇਊਗੀ। ਇਸ ਸੰਬੰਧ ਦੇ ਵਿੱਚ ਪ੍ਰੋਜੈਕਟ ਰਿਪੋਰਟ ਦੇ ਵਿੱਚ ਦਰਸਾਇਆ ਜਾਣਾ ਚਾਹੀਦਾ ਵਾ ਵੀ ਤੁਹਾਡਾ ਉੱਦਮ ਇਹਨੇ ਰੁਜ਼ਗਾਰ ਦੇ ਵਿੱਚ, ਆਮਦਨੀ ਦੇ ਵਿੱਚ, ਨਿਰਯਾਤ ਦੇ ਵਿੱਚ ਕਿੰਨਾ ਕੁ ਯੋਗਦਾਨ ਕਰੂਗਾ। ਯਾਨੀ ਕਿ ਨਤੀਜਾ ਦੱਸਿਆ ਜਾਣਾ ਚਾਹੀਦਾ ਪ੍ਰੋਜੈਕਟ ਰਿਪੋਰਟ ਵੀ, ਜੇ ਅਸੀਂ ਉੱਦਮ ਲਾਵਾਂਗੇ ਤਾਂ ਕੀ ਹੋਵੇਗਾ। ਇਹ ਸੀਗਾ ਪ੍ਰੋਜੈਕਟ ਰਿਪੋਰਟ ਦੇ ਤਾਂ। ਨੈਕਸਟ ਆਪਣਾ ਟੌਪਿਕ ਹੈ ਇਸ ਵੀਡੀਓ ਦੇ ਵਿੱਚ ਫਰਮ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ। ਫਰਮ ਹੁੰਦੀ ਆ ਸਾਂਝੇਦਾਰੀ ਫਰਮ, ਜਿਹਦੇ ਵਿੱਚ ਪਾਰਟਨਰਸ ਹੁੰਦੇ ਆ, ਉਹਨੂੰ ਸਾਂਝੇਦਾਰੀ ਫਰਮ ਕਹਿੰਦੇ ਆ।
ਸੋ ਇੱਥੇ ਸਾਂਝੇਦਾਰੀ ਫਰਮ ਦੀ ਗੱਲ ਕੀਤੀ ਗਈ ਆ। ਇੰਡੀਅਨ ਪਾਰਟਨਰਸ਼ਿਪ ਐਕਟ 1932 ਦੇ ਅਨੁਸਾਰ ਇੱਕ ਫਰਮ ਦੀ ਰਜਿਸਟ੍ਰੇਸ਼ਨ ਲਈ ਸਮੇਂ ਦੀ ਕੋਈ ਸੀਮਾ ਨਹੀਂ ਹੈ। ਜਿਹਦੀ ਕੋਈ ਰਜਿਸਟ੍ਰੇਸ਼ਨ ਕਦੋਂ ਕਰਾਉਣੀ ਆ, ਇਹਦੀ ਕੋਈ ਸਮੇਂ ਸੀਮਾ ਤਾਂ ਹੈ ਨਹੀਂ। ਫਰਮ ਜਿੱਦਣ ਸਥਾਪਿਤ ਕੀਤੀ ਆ ਉਦਣ ਵੀ ਰਜਿਸਟ੍ਰੇਸ਼ਨ ਕਰਵਾ ਸਕਦੀ ਆ, ਯਾਨੀ ਜਿੱਦਣ ਇਨਕਾਰਪੋਰੇਟ ਹੋਈ ਆ ਜਾਂ ਸ਼ੁਰੂ ਹੋਈ ਆ, ਜਾਂ ਉਸ ਤੋਂ ਬਾਅਦ ਵੀ ਕਿਸੇ ਤਰੀਕ ਨੂੰ ਕਰਾ ਸਕਦੀ ਆ। ਜੇ ਬਾਅਦ 'ਚ ਕਰਵਾਉਂਦੀ ਆ ਤਾਂ ਇਹਨੂੰ ਫੀਸ ਤੇ ਜੁਰਮਾਨੇ ਦੇਣੇ ਪੈਣਗੇ। ਰਜਿਸਟ੍ਰੇਸ਼ਨ ਕਰਨ ਦੀ ਵਿਧੀ ਕੀ ਆ? ਦੇਖੋ, ਇੱਕ ਨਿਰਧਾਰਿਤ ਫਾਰਮ ਆ, ਫਾਰਮ ਇਹ ਕਹਿੰਦੇ ਆ, ਤੇ ਇਹਦੇ ਵਿੱਚ ਰਜਿਸਟਰਾਰ ਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਆ। ਅੱਜ ਕੱਲ੍ਹ ਇਹ ਅਸੀਂ ਐਪਲੀਕੇਸ਼ਨ ਆਨਲਾਈਨ ਵੀ ਦੇ ਸਕਦੇ ਹਾਂ। ਇਸ ਐਪਲੀਕੇਸ਼ਨ ਦੇ ਵਿੱਚ ਮੇਨ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹਦੇ ਵਿੱਚ ਲਿਖਿਆ ਜਾਂਦਾ ਪਾਰਟਨਰਸ ਦੇ ਨਾਮ, ਯਾਨੀ ਕਿ ਭਾਈਵਾਲ ਜਾਂ ਪਾਰਟਨਰ ਪਹਿਲਾਂ ਤਾਂ ਆ ਜਾਂਦਾ ਭਾਈਵਾਲ ਫਰਮ ਦਾ ਨਾਮ, ਯਾਨੀ ਪਾਰਟਨਰਸ਼ਿਪ ਫਰਮ ਦਾ ਨਾਮ, ਫਿਰ ਸਾਰੇ ਪਾਰਟਨਰ ਦੇ ਨਾਮ ਅਤੇ ਪਤੇ, ਫਿਰ ਕਾਰੋਬਾਰ ਦਾ ਸਥਾਨ, ਮੁੱਖ ਦਫ਼ਤਰ ਅਤੇ ਸ਼ਾਖਾ ਦਫ਼ਤਰ, ਜੋ ਵੀ ਬ੍ਰਾਂਚ ਆਫਿਸ ਆ ਜਾਂ ਮੇਨ ਆਫਿਸ ਆ। ਮੇਨ ਆਫਿਸ ਤੇ ਬ੍ਰਾਂਚ ਆਫਿਸ ਦੋਨੇ ਦੇਣੇ ਆ। ਫਿਰ ਪਾਰਟਨਰਸ਼ਿਪ ਕਿੰਨੇ ਸਾਲ ਲਈ ਆ, ਭਾਈਵਾਲੀ ਦੀ ਮਿਆਦ, ਸਹਿਭਾਗੀਆਂ ਦੇ ਸ਼ਾਮਲ ਹੋਣ ਦੀ ਮਿਤੀ, ਪਾਰਟਨਰ ਕਿੱਦਣ ਤੋਂ ਸ਼ਾਮਲ ਹੋਏ ਆ, ਕਾਰੋਬਾਰ ਕਦੋਂ ਤੋਂ ਸ਼ੁਰੂ ਹੋਣਾ ਵਾ, ਕਾਰੋਬਾਰ ਸ਼ੁਰੂ ਹੋਣ ਦੀ ਮਿਤੀ ਜਾਂ ਕਾਰੋਬਾਰ ਸ਼ੁਰੂ ਕਦੋਂ ਤੋਂ ਹੋਇਆ ਵਾ। ਉਸ ਤੋਂ ਬਾਅਦ ਸੈਕੰਡ ਪੁਆਇੰਟ ਦੇ ਵਿੱਚ ਪਹਿਲਾਂ ਤਾਂ ਐਪਲੀਕੇਸ਼ਨ ਦੇ ਦਿੱਤੀ ਤੁਸੀਂ। ਸੈਕੰਡ ਪੁਆਇੰਟ ਦੇ ਵਿੱਚ ਤੁਸੀਂ ਇੱਕ ਪਾਰਟਨਰਸ਼ਿਪ ਡੀਡ ਆ, ਜਿਹੜੀ ਭਾਗੀਦਾਰੀ ਡੀਡ, ਪਾਰਟਨਰਸ਼ਿਪ ਡੀਡ ਕਹਿੰਦੇ ਆ, ਉਹਦੀ ਇੱਕ ਨਿਯਮਿਤ ਕਾਪੀ ਦਸਤਖਤ ਕੀਤੀ ਹੋਈ, ਯਾਨੀ ਕਿ ਜਿੱਥੇ ਹਰੇਕ ਪਾਰਟਨਰ ਨੇ ਸਿਗਨੇਚਰ ਕੀਤੇ ਹੋਣ। ਇਹ ਕਾਪੀ ਤੁਸੀਂ ਰਜਿਸਟਰਾਰ ਕੋਲ ਜਮ੍ਹਾਂ ਕਰਵਾਉਣੀ ਹੁੰਦੀ ਆ। ਇਹ ਨਾਲ ਜਮ੍ਹਾਂ ਕਰਵਾਈ ਜਾਂਦੀ ਹੈ ਐਪਲੀਕੇਸ਼ਨ ਦੇ, ਜਿਹਦੇ ਵਿੱਚ ਪਾਰਟਨਰਸ਼ਿਪ ਡੀਡ ਮਤਲਬ ਜਿਹਦੇ ਸਾਰੇ ਨਿਯਮ ਤੇ ਸ਼ਰਤਾਂ ਲਿਖੀਆਂ ਹੋਣ ਫਰਮ ਬਾਰੇ। ਤੀਜਾ, ਫਿਰ ਨਾਲ ਇਹਦੇ ਅਸੀਂ ਲੋੜੀਂਦਾ ਫੀਸ ਅਤੇ ਸਟਾਂਪ ਡਿਊਟੀਆਂ ਦਾ ਭੁਗਤਾਨ ਕਰਦੇ ਹਾਂ, ਉਹ ਸਾਰੀਆਂ ਕਰ ਦਿੱਤਾ ਜਾਂਦਾ ਜਿੰਨੀ ਫੀਸ ਆ ਭੁਗਤਾਨ ਆ। ਫਿਰ ਜਦੋਂ ਰਜਿਸਟਰਾਰ ਇਹ ਸਾਰਿਆਂ ਨੂੰ ਦੇਖ ਕੇ ਜੇ ਸਹੀ ਪਾਉਂਦਾ ਵਾ ਤਾਂ ਜੇ ਉਹ ਅਰਜ਼ੀ ਨੂੰ ਮਨਜ਼ੂਰੀ ਦਿੰਦਾ ਵਾ ਤਾਂ ਫਰਮ ਆ ਜਿਹੜੀ ਰਜਿਸਟਰਡ ਹੋ ਜਾਂਦੀ ਹੈ, ਯਾਨੀ ਕਿ ਫਰਮ ਰਿਕਾਰਡ ਵਿੱਚ ਦਾਖਲ ਹੋ ਜਾਂਦੀ ਆ, ਅਤੇ ਰਜਿਸਟਰਾਰ ਇਨਕਾਰਪੋਰੇਸ਼ਨ ਦਾ ਪ੍ਰਮਾਣ ਪੱਤਰ ਵੀ ਜਾਰੀ ਕਰ ਦਿੰਦਾ। ਸੋ ਅਸੀਂ 4 ਸਟੈਪ ਦੇ ਵਿੱਚ ਕੀਤਾ ਵਾ ਵੀ ਫਰਮ ਦੀ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਹੈ। ਪਹਿਲਾਂ ਐਪਲੀਕੇਸ਼ਨ ਦੇਣਾ, ਫਿਰ ਐਪਲੀਕੇਸ਼ਨ ਦੇ ਨਾਲ ਇੱਕ ਡੀਡ ਦੀ ਕਾਪੀ ਲਾ ਦੇਣੀ ਜਿੱਥੇ ਸਾਰਿਆਂ ਦੇ ਸਿਗਨੇਚਰ ਹੋਣਗੇ, ਫਿਰ ਫੀਸ ਅਤੇ ਸਟਾਂਪ ਡਿਊਟੀ ਵਗੈਰਾ ਪੇ ਕਰ ਦੇਣੀ ਆ। ਚੌਥੇ ਨੰਬਰ 'ਤੇ ਤੁਹਾਨੂੰ ਇਹਨਾਂ ਦੇ ਬੇਸ 'ਤੇ, ਡਾਕੂਮੈਂਟ ਦੇ ਬੇਸ 'ਤੇ ਮਨਜ਼ੂਰੀ ਮਿਲ ਜੂਗੀ ਅਤੇ ਤੁਹਾਡੀ ਫਰਮ ਆ ਜਿਹੜੀ ਇਨਕਾਰਪੋਰੇਟ ਹੋ ਜੂਗੀ, ਫਰਮ ਆ ਜਿਹੜੀ ਰਜਿਸਟਰਡ ਹੋ ਜੂਗੀ ਅਤੇ ਤੁਹਾਨੂੰ ਇਨਕਾਰਪੋਰੇਸ਼ਨ ਦਾ ਸਰਟੀਫਿਕੇਟ ਵੀ ਮਿਲ ਜਾਏਗਾ। ਸੋ ਇਹ ਸੀਗਾ ਟੌਪਿਕ। ਸੋ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਸੋ ਇਹ ਪਹਿਲਾ ਪਾਰਟ ਸੀਗਾ ਦੂਸਰੇ ਚੈਪਟਰ ਦਾ। ਸੋ ਥੈਂਕ ਯੂ ਫॉर ਵਾਚਿੰਗ।